किसान इसलिए डरा हुआ है कि उसकी लागत बढ़ रही है, उसके खर्चे बढ़ रहे हैं, पेस्टिसाइड के ऊपर खर्चे बढ़ रहे हैं, पेट्रोल की कीमत बढ़ रही है। लेकिन जो उसकी अशोर्ड इनकम थी, आज मोदी सरकार वो अशोर्ड इनकम को छीन रही है। ਸਾਡੇ ਪੰਜਾਬ ਦੀ ਧਰਤੀ ਇੰਨਾ ਜ਼ਿਆਦਾ ਕੀਟਨਾਸ਼ਕ ਫਰਟੀਲਾਈਜ਼ਰ ਖਾਦਾਂ ਕੀੜੇ ਮਾਰ ਦਵਾਈਆਂ ਇੰਨੀਆਂ ਜ਼ਿਆਦਾ ਪਾਉਣੀਆਂ ਪਈਆਂ ਸਾਨੂੰ ਕਈ ਦਹਾਕਿਆਂ ਤੋਂ कि एक चीफ मिनिस्टर और उसके सारे चुने हुए नुमाइंदे, ऑपोजिशन वगैरह सारी इकट्ठी, तुम एक स्टेट के चुने हुए नुमाइंदों की ਹਜ਼ਾਰਾਂ ਲੋਕਾਂ ਨੇ ਆਤਮ ਹੱਤਿਆ ਕੀਤੀ ਆ। ਕਿਸੇ ਸੁਪਰੀਮ ਕੋਰਟ ਨੇ, ਕਿਸੇ ਈਡੀ, ਕਿਸੇ ਸੀਬੀਆਈ, ਕਿਸੇ ਕੇਂਦਰ ਦੀ ਸਰਕਾਰ ਨੇ ਇਹ ਵੀ ਨਹੀਂ ਮੁਨਾਸਬ ਸਮਝਿਆ कि ਅਸੀਂ ਇਹਨਾਂ ਦਾ ਹਾਲ ਹੀ ਪੁੱਛ ਲਈਏ। फेडरल स्ट्रक्चर पे ये जो अटैक है, इसके बारे में मैं पूरी तरह से पुरजोर विरोध करता हूं। और प्रियम्बल में एक वर्ड आता है फ्रेटर्निटी। ਖੇਤੀ ਜਿਹਦੇ ਤੋਂ ਉਹ ਆਪਣੀ ਜ਼ਿੰਦਗੀ ਦੀ ਕਮਾਈ ਕਰ ਸਕਦੇ ਸੀਗੇ, ਮੋਦੀ ਸਾਹਿਬ ਉਹਨਾਂ ਦੇ ਮੂੰਹਾਂ ਵਿੱਚੋਂ, ਕਿਸਾਨਾਂ ਦੇ ਮੂੰਹਾਂ ਚੋਂ ਬੁਰਕੀਆਂ ਖੋ ਰਹੇ ਨੇ। ਮੇਰੇ जीएसटी की तरह ये पंजाब की इनकम पे वार है और तुम इकोनॉमिक ब्लॉकेड लगाते हो। आई एम यूजिंग द वर्ड इकोनॉमिक ब्लॉकेड। तुम हमारी रेलें रोकते हो। मन्नू साडी दातरी, असी मन्नू दे सोए, जो जो मन्नू वटदा असी धूण सवल्ले होए, असी धूण सवल्ले। चूने की छत के ऊपर जितने थप्पड़ मारोगे वो उतनी ही सख्त, उतनी ही तगड़ी होती जाएगी। ईंट को आग में डालोगे, सोने को आग में डालोगे, वो पक जाएगा। और भी चमकेगी ਹੈ ਕਿ ਪੰਜਾਬ ਨੂੰ ਪਾਕਿਸਤਾਨ ਦੇ ਨਾਲ ਬਣਦੇ ਬਾਰਡਰ ਦਾ ਜਿਹੜਾ ਟ੍ਰੇਡ ਦਾ ਬਾਰਡਰ ਆ ਉਹ ਖੁੱਲਣਾ ਚਾਹੀਦਾ ਵਾ, ਕਿਉਂਕਿ ਅਸੀਂ ਲੈਂਡਲੌਕਡ ਸਟੇਟ ਆ, ਸਾਡੇ ਕੋਲ ਕੋਈ ਬੰਦਰਗਾਹ ਨਹੀਂ ਹੈ, ਸਾਡੇ ਕੋਲ ਕੋਈ ਸਾਧਨ ਨਹੀਂ ਗੇ। ਬਾਰਡਰ ਖੁੱਲੇ, ਟ੍ਰੇਡ ਆਪਸ ਵਿੱਚ ਹੋਵੇ, ਵਪਾਰ ਵਧੇਗਾ, ਕਿਸਾਨੀ ਵਧੇਗੀ, ਪੰਜਾਬ ਦੇ हर प्रोडक्ट की कीमत जी है अच्छी मिलेगी। भुखमरी का कारण क्या है? मैं डंके की चोट पे कहता हूं, कोई डिबेट कर ले मेरे साथ। कोई भुखमरी का कारण ये नहीं है कि अनाज नहीं है। अनाज होता है साहब, अनाज गोदामों में होता है अंबानी और अडानी साहब के, लेकिन वो गरीब की पहुंच के परे हो जाता है। केंद्र ने हमें इस्तेमाल किया और फिर यूज एंड थ्रो वाली पॉलिसी करके इन्होंने हमें फेंक दिया। ਤਾਂ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਜੰਤਰ ਮੰਤਰ ਦੇ ਉੱਤੇ ਜੋ ਧਰਨਾ ਹੈ ਉਹ ਸ਼ੁਰੂ ਹੋ ਚੁੱਕਾ ਹੈ ਤੇ ਇਸ ਮੌਕੇ ਆਪਣੇ ਸੰਬੋਧਨ ਦੌਰਾਨ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਤੇ ਜੰਮ ਕੇ ਨਿਸ਼ਾਨਾ ਸਾਧਿਆ ਤੇ ਉਹਨਾਂ ਨੇ ਕਿਹਾ ਕਿ ਜਦੋਂ ਵਿਧਾਨ ਸਭਾ ਦੇ ਵਿੱਚ ਇਹ ਕਾਨੂੰਨ ਜੋ ਹੈ ਪਾਸ ਕੀਤੇ ਸਨ ਤਾਂ ਉਸ ਸਮੇਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਖੁਦ ਇਸ ਦਾ ਸਮਰਥਨ ਕੀਤਾ ਸੀ, ਪਰੰਤੂ ਬਾਹਰ ਆ ਕੇ ਉਹਨਾਂ ਨੇ ਆਪਣਾ ਜੋ ਦੋਹਰਾ ਜੋ ਚਿਹਰਾ ਦਿਖਾਇਆ ਹੈ ਉਸ ਦੇ ਨਾਲ ਕਿਤੇ ਨਾ ਕਿਤੇ ਸੂਬੇ ਨੂੰ ਜੋ ਹੈ ਉਹ ਕਾਫੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੇ ਉਸ ਤੋਂ ਇਲਾਵਾ ਉਹਨਾਂ ਨੇ ਅਕਾਲੀ ਦਲ ਤੇ ਵੀ ਜੰਮ ਕੇ ਨਿਸ਼ਾਨਾ ਸਾਧਿਆ। ਉਹਨਾਂ ਨੇ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਵੱਲੋਂ ਆਰਡੀਐਫ ਫੰਡ, ਰੇਲਾਂ ਅਤੇ ਜੋ ਜੀਐਸਟੀ ਦਾ ਬਕਾਇਆ ਉਸ ਨੂੰ ਰੋਕ ਕੇ ਪੰਜਾਬ ਨੂੰ ਜੋ ਹੈ ਆਰਥਿਕ ਤੌਰ 'ਤੇ ਨੁਕਸਾਨ ਪਹੁੰਚਾਉਣ ਦੀ ਜੋ ਕੋਸ਼ਿਸ਼ ਕੀਤੀ ਹੈ, ਉਹਨਾਂ ਨੇ ਕਿਹਾ ਕਿ ਉੱਥੇ ਹੀ ਪੰਜਾਬ ਦੇ ਸੀਐਮ ਨੂੰ ਰਾਸ਼ਟਰਪਤੀ ਦੁਆਰਾ ਟਾਈਮ ਨਾ ਦੇਣਾ ਆਪਣੇ ਆਪ ਦੇ ਵਿੱਚ ਬਹੁਤ ਹੀ ਅਫਸੋਸਜਨਕ ਹੈ। ਅੱਜ ਅਸੀਂ ਸਾਰੇ ਪੰਜਾਬ ਦੀ ਆਵਾਜ਼ ਦਿੱਲੀ ਦੇ ਇਸ ਜੰਤਰ ਮੰਤਰ ਵਿੱਚ ਆਪਣਾ ਦੁੱਖ ਰੋਣ ਵਾਸਤੇ ਇਕੱਤਰ ਹੋਏ ਆ। ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹੂੰਗਾ ਕਿ ਮੋਦੀ ਸਾਹਿਬ ਦੀ ਸਰਕਾਰ, ਬੀਜੇਪੀ ਦੀ ਸਰਕਾਰ ਇੱਕ ਤਾਨਾਸ਼ਾਹੀ ਰਵੱਈਆ ਅਖਤਿਆਰ ਕਰ ਚੁੱਕੀ ਹੈ। ਜਿਸ ਤਰ੍ਹਾਂ ਕਿਸੇ ਵੇਲੇ ਅੰਗਰੇਜ਼ ਜਾਂ ਜਿਹੜੇ ਮੁਗਲ ਧਾੜਵੀ ਆਉਂਦੇ ਸੀ ਪੰਜਾਬ ਦੇ ਨਾਲ ਧੋਖਾ ਕਰਦੇ ਸੀ, ਧੱਕਾ ਕਰਦੇ ਸੀਗੇ, ਅੱਜ ਉਹ ਰਵੱਈਆ ਸਾਡੀ ਆਪਣੀ ਕੇਂਦਰ ਦੀ ਸਰਕਾਰ, ਜਿਹਨੂੰ ਬਹੁਤ ਸਾਰੇ ਪੰਜਾਬ ਦੇ ਲੋਕਾਂ ਨੇ ਵੋਟ ਪਾ ਕੇ ਉਹਨਾਂ ਨੂੰ ਪ੍ਰਧਾਨ ਮੰਤਰੀ ਤੱਕ ਦੀ ਕੁਰਸੀ ਤੇ ਪਹੁੰਚਾਇਆ, ਬਜਾਏ ਕਿ ਉਹ ਕਿਸਾਨਾਂ ਦੀਆਂ ਜਾਇਜ਼ ਗੱਲਾਂ ਨੂੰ ਸਵੀਕਾਰ ਕਰਨ, ਉਹਨਾਂ ਨੂੰ ਇੱਕ ਗੱਲਬਾਤ ਵਾਸਤੇ ਦਿੱਲੀ ਬੁਲਾ ਕੇ ਉਹਨਾਂ ਨਾਲ ਬੈਠ ਕੇ ਉਹਨਾਂ ਦੀ ਗੱਲ ਤਸੱਲੀ ਕਰਾਉਣ, ਉਹਨਾਂ ਨੇ ਉਲਟਾ ਸਬਕ ਸਿਖਾਉਣ ਦੀ ਨੀਤੀ ਅਪਣਾ ਲਈ ਹੈ। ਉਹਨਾਂ ਨੇ ਪੰਜਾਬ ਦੇ ਨਾਲ ਜਿੱਦਾਂ ਇੱਕ ਉਹਨੂੰ ਟੀਚਰ ਕਰਨ ਦੀ ਨੀਤੀ ਅਖਤਿਆਰ ਕਰ ਲਈ ਹੈ। ਜਿਸ ਤਰ੍ਹਾਂ ਹੁਣੇ ਬੋਲ ਕੇ ਗਏ ਐਮਪੀ ਸਾਹਿਬ, ਸਾਡੀਆਂ ਜਿਹੜੀਆਂ ਐਸੈਂਸ਼ੀਅਲ ਕਮੋਡਿਟੀਜ਼ ਆ, ਜੋ ਪੰਜਾਬ ਨੂੰ ਖਾਦ ਚਾਹੀਦੀ ਆ, ਕੋਲਾ ਚਾਹੀਦਾ ਵਾ, ਦੀਵਾਲੀ ਦਾ ਤਿਉਹਾਰ ਆ ਰਿਹਾ, ਬਹੁਤ ਸਾਰੀਆਂ ਜ਼ਰੂਰੀ ਵਸਤੂਆਂ ਦੀ ਲੋੜ ਆ, ਸਾਡੀਆਂ ਟ੍ਰੇਨਾਂ ਰੋਕ ਦਿੱਤੀਆਂ ਨੇ। ਸਾਡੇ ਪੰਜਾਬ ਦਾ ਜਿਹੜਾ ਅਸੀਂ ਇਸ ਦੇਸ਼ ਨੂੰ ਚਲਾਉਣ ਵਾਸਤੇ ਟੈਕਸ ਅਦਾ ਕਰਦੇ ਆ, ਸਾਡਾ ਜੀਐਸਟੀ ਦਾ ਬਕਾਇਆ 9,500 ਕਰੋੜ ਰੁਪਇਆ ਰੋਕ ਛੱਡਿਆ ਵਾ। ਰੂਰਲ ਡਿਵੈਲਪਮੈਂਟ ਫੰਡ ਜਿਹੜਾ 1100 ਕਰੋੜ ਰੁਪਇਆ ਜੋ ਸਾਡਾ ਇੱਕ ਅਧਿਕਾਰ ਸੀਗਾ ਇਸ ਪ੍ਰਣਾਲੀ ਦੇ ਤਹਿਤ, ਉਹ ਸਾਡਾ ਉਹ ਰੋਕ ਦਿੱਤਾ ਵਾ। ਔਰ ਇੱਥੇ ਹੀ ਬਸ ਨਹੀਂ, ਹੁਣ ਉਹ ਕਹਿੰਦੇ ਹੁੰਦੇ ਨੇ ਕਿ ਕੁੱਟਦੇ ਵੀ ਨੇ ਤੇ ਸਾਨੂੰ ਰੋਣ ਵੀ ਨਹੀਂ ਦਿੰਦੇ। ਅੱਜ ਰਾਜਘਾਟ ਨਹੀਂ ਜਾਣ ਦੇਣਾ,
ਰਾਸ਼ਟਰਪਤੀ ਇਸ ਦੇਸ਼ ਦਾ ਕਿਸੇ ਇੱਕ ਪਾਰਟੀ ਵਿਸ਼ੇਸ਼ ਦਾ ਰਾਸ਼ਟਰਪਤੀ ਨਹੀਂ ਹੁੰਦਾ, ਲੇਕਿਨ ਉਹਨਾਂ ਨੇ ਇੱਕ ਚੁਣੇ ਹੋਏ ਨੁਮਾਇੰਦਿਆਂ ਨੂੰ, ਇੱਕ ਪੰਜਾਬ ਦੀ 115 ਨੁਮਾਇੰਦਿਆਂ ਦਾ ਮਤਾ ਪਾਸ ਕੀਤਾ ਹੋਇਆ, 3.25 ਕਰੋੜ ਲੋਕਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਦਾ ਇਹ ਮਤਾ, ਉਹਨਾਂ ਨੇ ਮਿਲਣ ਤੋਂ ਇਨਕਾਰੀ ਕਰ ਦਿੱਤਾ। ਇਹਦੇ ਨਾਲੋਂ ਜ਼ਿਆਦਾ ਅਫਸੋਸਨਾਕ ਗੱਲ ਨਹੀਂ ਹੋ ਸਕਦੀ। ਸਾਨੂੰ ਤਾਂ ਐਂ ਲੱਗਦਾ ਵਾ ਪੰਜਾਬ ਵਾਲਿਆਂ ਨੂੰ ਜਿੱਦਾਂ ਅਸੀਂ ਭਾਰਤ ਦਾ ਸੂਬਾ ਨਾ ਹੋ ਕੇ ਕਿਸੇ ਦੁਸ਼ਮਣ ਦੇਸ਼ ਦਾ ਸੂਬਾ ਹੋ ਗਏ ਆ। ਮੋਦੀ ਸਾਹਿਬ ਦਾ ਰਵੱਈਆ ਸਾਡੇ ਪ੍ਰਤੀ ਇਦਾਂ ਜਿੱਦਾਂ ਅਸੀਂ ਪਾਕਿਸਤਾਨ ਦਾ ਕੋਈ ਸੂਬਾ ਹੋਣੇ, ਇਹ ਬਹੁਤ ਮਾੜੀ ਗੱਲ ਹੈ ਉਹਨਾਂ ਵਾਸਤੇ। ਇਹ ਦੇਸ਼ ਦੀ ਜਮਹੂਰੀਅਤ ਵਾਸਤੇ ਖਤਰੇ ਦੀ ਘੰਟੀ ਆ। ਇਹ ਦੇਸ਼ ਦੇ ਜੋ ਆਉਣ ਵਾਲਾ ਸਮਾਂ, ਇਹ ਜਿੱਦਾਂ ਕਹਿ ਕੇ ਗਏ ਨੇ, ਪੰਜਾਬ ਅੱਜ ਦਾ ਨਹੀਂ ਬਹੁਤ ਅਰਸੇ ਤੋਂ ਸ਼ਿਕਾਰ ਹੋਇਆ ਵਿਤਕਰਿਆਂ ਦਾ। ਸਾਡਾ ਪਾਣੀ ਖੋ ਕੇ ਲੈ ਗਏ, ਸਾਡੀ ਭਾਸ਼ਾ ਦੇ ਨਾਲ ਵਿਤਕਰਾ ਹੋ ਰਿਹਾ, ਸਾਡੀ ਜਿਹੜੀ ਜ਼ਮੀਨ ਹੈ, ਸਾਰੇ ਨੈਸ਼ਨਲ ਮੀਡੀਆ ਨੂੰ ਮੈਂ ਦੱਸਣਾ ਚਾਹੁੰਦਾ ਕਿ ਅੱਜ ਸਾਡੀ ਗ੍ਰੀਨ ਰੈਵੋਲੂਸ਼ਨ ਤੋਂ ਲੈ ਕੇ ਜਿਹੜੀ ਸਾਡੇ ਜੋ ਪੈਦਾਵਾਰ ਕੀਤੀ ਗਈ ਅਨਾਜ ਦੀ, ਜਿਹਦੇ ਨਾਲ ਸਾਰੇ ਭਾਰਤ ਦਾ ਢਿੱਡ ਭਰਿਆ, ਲੇਕਿਨ ਸਾਡੇ ਕੁਦਰਤੀ ਸਰੋਤ ਸਾਰੇ ਪੰਜਾਬ ਦੇ ਖਰਾਬ ਹੋ ਚੁੱਕੇ ਨੇ। ਸਾਡੇ ਪੰਜਾਬ ਦੀ ਧਰਤੀ ਇੰਨਾ ਜ਼ਿਆਦਾ ਕੀਟਨਾਸ਼ਕ, ਫਰਟੀਲਾਈਜ਼ਰ, ਖਾਦਾਂ, ਕੀੜੇ ਮਾਰ ਦਵਾਈਆਂ ਇੰਨੀਆਂ ਜ਼ਿਆਦਾ ਪਾਉਣੀਆਂ ਪਈਆਂ ਸਾਨੂੰ ਕਈ ਦਹਾਕਿਆਂ ਤੋਂ ਕਿ ਅੱਜ ਪੰਜਾਬ ਜਿਹੜਾ ਵਾ ਉਹਦਾ ਸਾਰਾ ਜ਼ਮੀਨ ਨੀਚਲਾ ਪਾਣੀ ਜਿਹੜਾ ਉਹ ਜ਼ਹਿਰੀਲਾ ਹੋ ਚੁੱਕਿਆ ਵਾ, ਕੰਟੈਮੀਨੇਟ ਹੋ ਚੁੱਕਿਆ ਵਾ। ਔਰ ਉਹਦਾ ਨਤੀਜੇ ਵਜੋਂ ਸਭ ਤੋਂ ਜ਼ਿਆਦਾ ਕੈਂਸਰ ਨਾ ਸਿਰਫ ਮਾਲਵੇ ਦੀ ਧਰਤੀ ਤੇ ਪੰਜਾਬ ਦੇ ਬਲਕਿ ਸੂਬੇ ਸਾਰੇ ਪੰਜਾਬ ਦੇ ਵਿੱਚ ਅੱਜ ਕੈਂਸਰ ਬਹੁਤ ਵੱਡੇ ਪੱਧਰ ਦੇ ਉੱਤੇ ਫੈਲ ਚੁੱਕਾ ਵਾ। ਕੌਣ ਜ਼ਿੰਮੇਵਾਰ ਆ? ਜਿਨ੍ਹਾਂ ਲੋਕਾਂ ਨੇ ਆਪਣੀਆਂ ਜਾਨਾਂ ਗਵਾ ਲਈਆਂ, ਜਿਹੜੇ ਕਿਸਾਨਾਂ ਨੇ ਇਸ ਦੇਸ਼ ਦਾ ਅਨਾਜ ਦਾ ਭੰਡਾਰ ਭਰਨ ਲਈ ਆਪਣਾ ਸਭ ਕੁਝ ਦਾਅ ਤੇ ਲਾ ਦਿੱਤਾ। ਅੱਜ ਪੰਜਾਬ ਦਾ ਕਿਸਾਨ 1 ਲੱਖ ਕਰੋੜ ਰੁਪਏ ਦਾ ਕਰਜ਼ਈ ਆ। ਅੱਜ ਪੰਜਾਬ ਦਾ ਕਿਸਾਨ ਆਤਮ ਹੱਤਿਆਵਾਂ ਕਰ ਰਿਹਾ ਵਾ। ਇੱਕ ਐਕਟਰ ਸੁਸ਼ਾਂਤ ਰਾਜਪੂਤ ਕੋਈ ਆਤਮ ਹੱਤਿਆ ਕਰਦਾ, ਸਾਰੇ ਦੇਸ਼ ਦਾ ਮੀਡੀਆ ਕਈ ਮਹੀਨੇ ਉਸ ਆਤਮ ਹੱਤਿਆ ਤੇ ਚਰਚਾ ਕਰਦੀ ਆ। ਸੀਬੀਆਈ ਦੀ ਜਾਂਚ ਹੁੰਦੀ ਆ, ਈਡੀ ਦੀ ਜਾਂਚ ਹੁੰਦੀ ਆ, ਸੁਪਰੀਮ ਕੋਰਟ ਉਸ ਦੀ ਕੌਗਨੀਜੈਂਸ ਲੈਂਦਾ, ਤੇ ਪੰਜਾਬ ਦੇ ਵਿੱਚ ਮੇਰੇ ਸਤਿਕਾਰਯੋਗ ਮੀਡੀਆ ਦੇ ਸਾਰੇ ਭੈਣੋ ਭਰਾਓ, ਹਜ਼ਾਰਾਂ ਲੋਕਾਂ ਨੇ ਆਤਮ ਹੱਤਿਆ ਕੀਤੀ ਆ। ਕਿਸੇ ਸੁਪਰੀਮ ਕੋਰਟ ਨੇ, ਕਿਸੇ ਈਡੀ, ਕਿਸੇ ਸੀਬੀਆਈ, ਕਿਸੇ ਕੇਂਦਰ ਦੀ ਸਰਕਾਰ ਨੇ ਇਹ ਵੀ ਨਹੀਂ ਮੁਨਾਸਬ ਸਮਝਿਆ ਕਿ ਅਸੀਂ ਇਹਨਾਂ ਦਾ ਹਾਲ ਹੀ ਪੁੱਛ ਲਈਏ ਜਾ ਕੇ। ਇਹ ਅੱਜ ਪੰਜਾਬ ਦੇ ਸਾਡੇ ਹਾਲਾਤ ਨੇ। ਔਰ ਪੰਜਾਬ ਦਾ ਕਿਸਾਨ ਬਹਾਦਰ ਦੇਖੋ 2-3 ਮਹੀਨਿਆਂ ਤੋਂ ਸੰਘਰਸ਼ ਕਰ ਰਿਹਾ, ਅੱਜ ਤੱਕ ਕਿਸੇ ਦੇ ਚੀਚੀ ਦੇ ਉੱਤੇ ਸੱਟ ਵੀ ਨਹੀਂ ਲੱਗਣ ਦਿੱਤੀ ਉਹਨਾਂ ਲੋਕਾਂ ਨੇ, ਬਿਲਕੁਲ ਸ਼ਾਂਤਮਈ। ਲੇਕਿਨ ਕੇਂਦਰ ਦੀ ਸਰਕਾਰ ਉਸਕਾ ਰਹੀ ਆ, ਜਿੱਦਾਂ ਉਕਸਾ ਰਹੀ ਆ ਕਿ ਇਹਨਾਂ ਨੂੰ, ਜਿੱਦਾਂ ਪੰਜਾਬੀ ਚ ਕਹਿੰਦੇ ਨੇ ਕਿ ਟਿਚਰਾ ਕਰੋ ਇਹਨਾਂ ਨਾਲ, ਹੋਰ ਇਹਨਾਂ ਨੂੰ ਚੜਾਓ ਤਾਂ ਕਿ ਇਹ ਕੋਈ ਹਿੰਸਕ ਰੁਖ ਅਖਤਿਆਰ ਕਰ ਸਕੇ ਸਾਡਾ ਸੂਬਾ। ਔਰ ਮੈਂ ਕਹਿਣਾ ਚਾਹੁੰਦਾ ਇੱਥੋਂ ਮੀਡੀਆ ਦੇ ਜ਼ਰੀਏ, ਸਾਰੇ ਐਮਐਲਏ ਸਤਿਕਾਰਯੋਗ ਬੈਠੇ ਨੇ, 80 ਦੇ ਦਹਾਕੇ ਵਿੱਚ ਜੋ ਪੰਜਾਬ ਨੇ ਸੰਤਾਪ ਹੰਢਾਇਆ, ਕੇਂਦਰ ਦੀ ਸਰਕਾਰ ਦੀ ਵਿਤਕਰੇ ਵਾਲੀਆਂ ਨੀਤੀਆਂ ਸਾਨੂੰ ਉਧਰ ਨੂੰ ਧੱਕ ਰਹੀਆਂ ਨੇ। ਔਰ ਜੇ ਕੱਲ ਨੂੰ ਪੰਜਾਬ ਅਰਾਜਕਤਾ ਵੱਲ ਗਿਆ, ਕੋਈ ਕਿਸੇ ਦੇ ਨਾਲ ਭੰਨਤੋੜ ਹੋਈ, ਕੋਈ ਕਤਲੋਗਾਰਤ ਹੋਈ, ਤੇ ਮੋਦੀ ਸਾਹਿਬ ਤੇ ਬੀਜੇਪੀ ਦੇ ਸਰਕਾਰ, ਇਹ ਲੋਕ, ਇੱਥੋਂ ਦੇ ਲੋਕ ਜ਼ਿੰਮੇਵਾਰ ਹੋਣਗੇ। ਇਸ ਲਈ ਇਸ ਨੂੰ ਜਿੰਨੀ ਛੇਤੀ ਹੋ ਸਕੇ ਕਿਸਾਨਾਂ ਦੇ ਮਸਲਿਆਂ ਨੂੰ, ਮੰਗਦੇ ਕੀ ਨੇ ਵਿਚਾਰੇ? ਮੰਗਦੇ ਮਿਨੀਮਮ ਸਪੋਰਟ ਪ੍ਰਾਈਸ ਦੀ ਪ੍ਰਣਾਲੀ, ਜਿਹੜਾ ਤੁਹਾਨੂੰ ਦੱਸ ਕੇ ਗਏ ਨੇ ਤਿਵਾੜੀ ਸਾਹਿਬ ਕਿ 1966 ਤੋਂ ਪ੍ਰਚਲਿਤ ਆ। ਔਰ ਕਿਹੜੀ ਪ੍ਰਣਾਲੀ ਜਿਸ ਨੇ ਉਹਨਾਂ ਨੂੰ 1 ਲੱਖ ਕਰੋੜ ਦਾ ਕਰਜ਼ਾ ਹੀ ਕੀਤਾ ਵਾ। ਭੋਲੇ ਇੰਨੇ ਨੇ ਕਿਸਾਨ, ਮੰਗਣਾ ਤਾਂ ਸਾਨੂੰ ਚਾਹੀਦਾ। ਸਵਾਮੀਨਾਥਨ ਕਮੇਟੀ ਦੀ ਰਿਪੋਰਟ ਦੀ ਰਿਕਮੈਂਡੇਸ਼ਨਸ, ਅੱਜ ਕਣਕ ਦਾ ਭਾਅ ਜਿਹੜਾ 1 ਕੁਇੰਟਲ 1900-2000 ਰੁਪਏ ਵਾ, ਸਵਾਮੀਨਾਥਨ ਕਮੇਟੀ ਦੀ ਰਿਪੋਰਟ ਦੇ ਫਾਰਮੂਲੇ ਹਿਸਾਬ ਦੇ ਨਾਲ 7000 ਰੁਪਏ ਕੁਇੰਟਲ ਹੋਣਾ ਚਾਹੀਦਾ ਵਾ। 5000 ਰੁਪਏ ਪ੍ਰਤੀ ਕੁਇੰਟਲ ਦਾ ਘਾਟਾ ਖਾ ਕੇ ਇਸ ਦੇਸ਼ ਦੇ ਅਨਾਜ ਦੇ ਭੰਡਾਰ ਨੂੰ ਭਰਨ ਵਾਸਤੇ ਕਿਸਾਨ ਸਭ ਕੁਝ ਦਾਅ ਤੇ ਲਾ ਰਿਹਾ, ਸਭ ਕੁਝ ਲੁਟਾ ਰਿਹਾ। ਉਹਨਾਂ ਦੇ ਘਰਾਂ ਦੇ ਹਾਲਤ ਦੇਖੋ ਜਾ ਕੇ ਤੁਸੀਂ। ਪੰਜਾਬ ਦਾ 3.25 ਕਰੋੜ ਆਬਾਦੀ ਚੋਂ 60-70 ਲੱਖ ਪੰਜਾਬੀ ਵਿਦੇਸ਼ਾਂ ਨੂੰ ਭੱਜ ਚੁੱਕਾ ਵਾ। ਸਾਡੇ ਨੌਜਵਾਨਾਂ ਦੇ ਕੋਲ ਜੌਬਸ ਨਹੀਂ ਗਈਆਂ, ਸਾਡੇ ਨੌਜਵਾਨਾਂ ਦੇ ਕੋਲ ਕੋਈ ਭਵਿੱਖ ਨਹੀਂਗਾ। ਇੱਕ ਰੋਟੀ ਖਾਣ ਦਾ ਸਾਧਨ ਖੇਤੀ, ਜਿਹਦੇ ਤੋਂ ਉਹ ਆਪਣੀ ਜ਼ਿੰਦਗੀ ਦੀ ਕਮਾਈ ਕਰ ਸਕਦੇ ਸੀਗੇ, ਮੋਦੀ ਸਾਹਿਬ ਉਹਨਾਂ ਦੇ ਮੂੰਹਾਂ ਵਿੱਚੋਂ, ਕਿਸਾਨਾਂ ਦੇ ਮੂੰਹਾਂ ਚੋਂ ਬੁਰਕੀਆਂ ਖੋ ਰਹੇ ਨੇ ਮੇਰੇ ਵੀਰੋ। ਇਸ ਲਈ ਇਹ ਬਹੁਤ ਮਾੜੇ ਸੰਕੇਤ ਨੇ। ਔਰ ਸਾਡੀ ਸਰਕਾਰ ਬੈਠੀ ਪੰਜਾਬ ਦੀ, ਸਾਡਾ ਹੱਕੀ ਪੈਸਾ ਜਿਹੜਾ GST ਦਾ, RDF ਦਾ ਤੁਰੰਤ ਰਿਲੀਜ਼ ਕੀਤਾ ਜਾਵੇ। ਸਾਡੇ 3.25 ਲੱਖ ਕਰੋੜ ਰੁਪਏ ਦਾ ਕਰਜ਼ਾ ਸਟੇਟ ਦੇ ਉੱਤੇ, ਸਾਡੇ ਕੋਲ ਬੱਚਿਆਂ ਨੂੰ ਨੌਕਰੀ ਦੇਣ ਵਾਸਤੇ ਪੈਸੇ ਨਹੀਂਗੇ, ਸਾਡੇ ਕੋਲ ਆਪਣਾ ਵਿਆਜ ਦੇਣ ਵਾਸਤੇ ਪੈਸੇ ਨਹੀਂਗੇ,
ਤੇ ਕੇਂਦਰ ਸਰਕਾਰ ਸਾਡੇ ਪੈਸੇ ਰੋਕ ਰਹੀ ਹੈ। ਔਰ ਇਸ ਤੋਂ ਅਖੀਰ 'ਚ ਮੈਂ ਕਹਿਣਾ ਚਾਹੁੰਦਾ ਇੱਕ ਗੱਲ ਕਿ ਦੇਖੋ ਆ ਸਾਰੇ ਬੈਠੇ ਨੇ, ਪੰਜਾਬ ਦੀ ਵਿਧਾਨ ਸਭਾ 'ਚ 20 ਅਕਤੂਬਰ ਨੂੰ 115 ਐਮਐਲਏਜ਼ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਵਾ। ਐਮਐਲਏਜ਼ ਨੇ, ਕੋਈ ਨਾ ਸਮਝ ਲੋਕਾਂ ਦਾ ਇਕੱਠ ਨਹੀਂ ਸੀਗਾ, ਪੜ੍ਹੇ ਲਿਖੇ ਵਿਧਾਨਕਾਰ, ਲਾਅ ਮੇਕਰਸ। ਅੱਜ ਸਾਡੇ ਵਿੱਚੋਂ ਦੋ ਧਿਰਾਂ, ਅਕਾਲੀ ਦਲ ਔਰ ਆਮ ਆਦਮੀ ਪਾਰਟੀ, ਜਾਣਬੁੱਝ ਕੇ ਇਸ ਪੰਜਾਬ ਦੇ ਕਿਸਾਨਾਂ ਦੀ ਮੁਹਿੰਮ ਨੂੰ ਕਮਜ਼ੋਰ ਕਰਨ ਵਾਸਤੇ, ਉਹਨੂੰ ਖੋਰਾ ਲਾਉਣ ਵਾਸਤੇ ਅੱਜ ਉਹ ਇਸ ਗੱਲ ਤੋਂ ਮੁੱਕਰ ਗਏ ਨੇ ਔਰ ਕਹਿੰਦੇ ਰਾਸ਼ਟਰਪਤੀ ਨੂੰ ਮਿਲਣ ਦਾ ਕੀ ਫਾਇਦਾ ਵਾ। ਬਈ ਜੇ ਰਾਸ਼ਟਰਪਤੀ ਨੂੰ ਮਿਲਣ ਦਾ ਨਹੀਂ ਫਾਇਦਾ ਤੇ ਫਿਰ ਰੋਜ਼ ਗਵਰਨਰ ਪੰਜਾਬ ਦੇ ਕੋਲ, ਜਿੱਥੇ ਪੁਲਿਸ ਵਾਲੇ ਦਾ ਟੇਪ ਲਾ ਕੇ ਐਮਐਲਏ ਨੂੰ ਗਵਰਨਰ ਤੱਕ ਜਾਣ ਵੀ ਨਹੀਂ ਦਿੰਦੇ, ਤੁਸੀਂ ਉੱਥੇ ਨਿਤ ਦਿਨ ਜਾ ਕੇ ਮੈਮੋਰੈਂਡਮ ਦੇ ਕੇ ਆਉਨੇ ਆ। ਉਹ ਜ਼ਿਆਦਾ, ਔਰ ਗਵਰਨਰ ਤਾਂ ਇਸ ਦੇਸ਼ ਦੀ ਸਰਕਾਰ ਦਾ ਇੱਕ ਏਜੰਟ ਆ, ਅਪਾਇੰਟਡ ਹੋਇਆ ਆਦਮੀ ਆ। ਰਾਸ਼ਟਰਪਤੀ ਦਾ ਫਿਰ ਵੀ ਇਸ ਦੇਸ਼ ਦਾ ਇੱਕ ਹੈਡ ਆ। ਔਰ ਅਕਾਲੀ ਦਲ ਦੇ ਬਹੁਤ ਦੁੱਖ ਦੀ ਗੱਲ, ਅਖੇ ਧੋਖਾ ਕਰ ਦਿੱਤਾ। ਅਸੀਂ ਸਾਰੇ ਉੱਥੇ ਗਵਾਹ ਆ, ਵਿਧਾਨ ਸਭਾ ਦੇ ਅੰਦਰ ਬੈਠੇ ਆ। ਕਿਸੇ ਅਕਾਲੀ ਲੀਡਰ ਨੇ, ਕਿਸੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਇੱਕ ਸ਼ਬਦ ਵੀ ਇਹਨਾਂ ਕਾਨੂੰਨਾਂ ਦੇ ਖਿਲਾਫ ਨਹੀਂ ਬੋਲਿਆ ਅੰਦਰ। ਅਗਰ ਤੁਹਾਨੂੰ ਲੱਗ ਰਿਹਾ ਸੀ ਕਿ ਧੋਖਾ ਹੋ ਰਿਹਾ ਤੇ ਤੁਸੀਂ 10 ਘੰਟੇ ਬਹਿਸ ਚੱਲੀ ਆ, ਤੁਸੀਂ ਉੱਠ ਕੇ ਬਾਹਰ ਜਾ ਕੇ ਮੀਡੀਆ ਨੂੰ ਦੱਸ ਦਿੰਦੇ, ਨਹੀਂ ਕਰ ਸਕੇ। ਉਸ ਤੋਂ ਬਾਅਦ ਕਾਨੂੰਨ ਪਾਸ ਕਰਾਏ ਤੇ ਮੁੱਖ ਮੰਤਰੀ ਦੇ ਨਾਲ ਗਵਰਨਰ ਪੰਜਾਬ ਨੂੰ ਮਿਲਣ ਵਾਸਤੇ ਆਪ ਗਏ ਨੇ ਉੱਥੇ, ਤੇ ਹੁਣ ਕਹਿੰਦੇ ਧੋਖਾ ਹੋ ਗਿਆ ਵਾ। ਧੋਖਾ ਅਗਰ ਕਿਸੇ ਨੇ ਕੀਤਾ ਵਾ ਤਾਂ ਇਹ ਲੋਕ ਜਿਹੜੇ ਦੋਗਲੀ ਰਾਜਨੀਤੀ ਕਰ ਰਹੇ ਨੇ, ਅੰਦਰ ਕੁਝ, ਮੀਡੀਆ ਦੇ ਬਾਹਰ ਕੁਝ, ਔਰ ਜੋ ਇਹ ਇਲਜ਼ਾਮ ਲਾਉਂਦੇ ਨੇ ਕਿ ਫਲਾਨਾ ਬੀ ਟੀਮ ਆ ਬੀਜੇਪੀ ਦੀ, ਫਲਾਨਾ ਆਰਐਸਐਸ ਦੀ ਬੀ ਟੀਮ ਆ। ਮੈਂ ਕਹਿਣਾ ਚਾਹੁੰਦਾ ਕਿ ਇਹ ਦੋਨੋਂ ਧਿਰਾਂ ਅੱਜ ਬੀਜੇਪੀ ਦੀ ਬੀ ਟੀਮ ਬਣ ਕੇ ਸਾਡੇ ਕਿਸਾਨਾਂ ਦੇ ਇਸ ਸੰਘਰਸ਼ ਨੂੰ ਕਮਜ਼ੋਰ ਕਰ ਰਹੀ ਆ। ਇਹ ਬੀ ਟੀਮ ਨੇ ਜਿਹੜੇ ਦੋ ਧਿਰਾਂ ਇੱਥੇ ਨਹੀਂ ਆਈਆਂ। ਅੰਤ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਨੂੰ ਕਿ ਇਸ ਸੰਘਰਸ਼ ਨੂੰ ਡੈਮੋਕ੍ਰੈਟਿਕ ਤਰੀਕੇ ਨਾਲ ਤੇ ਪੀਸਫੁਲ ਤਰੀਕੇ ਨਾਲ ਹੋਰ ਅੱਗੇ ਲੈ ਕੇ ਜਾਓ। ਇਸ ਅੱਜ ਦੇ ਧਰਨੇ ਤੋਂ ਬਾਅਦ ਇਸ ਨੂੰ, ਇਹਦੀ ਅੱਗੇ ਅੱਛੀ ਰਣਨੀਤੀ ਬਣਾਓ ਜਿਹਦੇ ਨਾਲ ਅਸੀਂ ਆਪਣੇ ਅਧਿਕਾਰ, ਆਪਣੀਆਂ ਮੰਗਾਂ, ਆਪਣੇ ਪੈਸੇ, ਆਪਣੀਆਂ ਖਾਦਾਂ, ਆਪਣਾ ਕੋਲਾ, ਜੋ ਸਾਡਾ ਅਧਿਕਾਰ ਹੈ ਇਸ ਸੰਵਿਧਾਨ ਦੇ ਥੱਲੇ, ਉਸ ਨੂੰ ਅਸੀਂ ਹਾਸਲ ਕਰ ਸਕੀਏ ਔਰ ਕਿਸਾਨਾਂ ਨਾਲ ਹੋ ਰਿਹਾ ਜ਼ੁਲਮ ਉਸ ਨੂੰ ਰੋਕ ਸਕੀਏ। ਔਰ ਮੈਂ ਨਾਲ ਕਹੂੰਗਾ ਕਿ ਪੰਜਾਬ ਦੀ ਸਮੂਹ ਲੀਡਰਸ਼ਿਪ ਬੈਠੀ ਆ, ਇੱਕ ਗੱਲ ਅੱਛੀ ਤਰ੍ਹਾਂ ਸਮਝ ਲਿਓ ਕਿ ਪੰਜਾਬ ਦਾ ਜਿਹੜਾ ਇਹ ਕਰਜ਼ੇ ਦਾ ਮਸਲਾ ਹੈ, ਇਹ ਲੱਥਣਾ ਨਹੀਂਗਾ ਆਪਣੇ ਤੋਂ। ਜਦ ਤੱਕ ਤੁਸੀਂ ਕੋਈ ਵਿਲੱਖਣ ਸੋਚ ਵਿਚਾਰਧਾਰਾ ਨੂੰ ਅਪਣਾਉਂਦੇ ਨਹੀਂਗੇ। ਇੱਕ ਰਾਹ ਉਹਦੇ ਵਿੱਚ ਇਹ ਵੀ ਹੈ ਕਿ ਪੰਜਾਬ ਨੂੰ ਪਾਕਿਸਤਾਨ ਦੇ ਨਾਲ ਬਣਦੇ ਬਾਰਡਰ ਦਾ, ਜਿਹੜਾ ਟ੍ਰੇਡ ਦਾ ਬਾਰਡਰ ਆ, ਉਹ ਖੁੱਲਣਾ ਚਾਹੀਦਾ ਵਾ, ਕਿਉਂਕਿ ਅਸੀਂ ਲੈਂਡਲੌਕਡ ਸਟੇਟ ਆ, ਸਾਡੇ ਕੋਲ ਕੋਈ ਬੰਦਰਗਾਹ ਨਹੀਂ ਹੈ, ਸਾਡੇ ਕੋਲ ਕੋਈ ਸਾਧਨ ਨਹੀਂਗੇ। ਬਾਰਡਰ ਖੁੱਲੇ, ਟ੍ਰੇਡ ਆਪਸ ਵਿੱਚ ਹੋਵੇ, ਵਪਾਰ ਵਧੇਗਾ, ਕਿਸਾਨੀ ਵਧੇਗੀ, ਪੰਜਾਬ ਦੇ ਹਰ ਪ੍ਰੋਡਕਟ ਦੀ ਕੀਮਤ ਜਿਹੜੀ ਆ ਉਹ ਅੱਛੀ ਮਿਲੇਗੀ। ਇਹ ਸਾਰੀ ਜਮਾਤ ਨੂੰ, ਠੀਕ ਆ ਸਾਡੇ ਉਹਨਾਂ ਦੇ ਨਾਲ ਤਾਲੁਕਾਤ ਠੀਕ ਨਹੀਂਗੇ, ਲੇਕਿਨ ਟ੍ਰੇਡ ਵਾਸਤੇ, ਖੇਤੀ ਨੂੰ ਤੇ ਇੰਡਸਟਰੀ ਨੂੰ ਅੱਗੇ ਲਿਜਾਉਣ ਵਾਸਤੇ ਪਾਕਿਸਤਾਨ ਨਾਲ ਬਾਰਡਰ ਖੁੱਲਣਾ ਬਹੁਤ ਜ਼ਰੂਰੀ ਆ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਔਰ ਅਸੀਂ ਹਰ 100% ਅੱਜ ਅਸੀਂ ਪੰਜਾਬ ਵਾਸਤੇ ਇੱਥੇ ਪਹੁੰਚੇ ਆ, ਅੱਜ ਕਿਸਾਨਾਂ ਦੇ ਵਾਸਤੇ ਪਹੁੰਚੇ ਆ। ਔਰ ਜਿੱਥੇ ਵੀ ਕਿਤੇ ਪ੍ਰੋਗਰਾਮ ਉਲੀਕੋਗੇ, ਜੋ ਵੀ ਵੱਧ ਤੋਂ ਵੱਧ ਪੰਜਾਬ ਲਈ, ਕਿਸਾਨਾਂ ਲਈ ਕੁਰਬਾਨੀ ਦੇਣੀ ਪਵੇ, ਭਾਵਾਂ ਚਾਹੇ ਸਰਕਾਰ, ਭਾਵਾਂ ਜਾਵੇ ਸਾਡੇ ਐਮਐਲਏ ਦੇ ਅਹੁਦੇ ਤੇ ਭਾਵਾਂ ਜਾਣ ਰੁਤਬੇ, ਲੇਕਿਨ ਸਾਡਾ ਸੂਬਾ ਹਮੇਸ਼ਾ ਸਾਡੇ ਦਿਲ ਵਿੱਚ ਨੰਬਰ 1 ਤੇ ਰਹੇਗਾ। ਔਰ ਜੋ ਵੀ ਪ੍ਰੋਗਰਾਮ ਅਗਲਾ ਉਲੀਕਣਗੇ, ਅਸੀਂ ਪਾਰਟੀਬਾਜ਼ੀ ਤੋਂ। ਉੱਥੇ ਹੀ ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਵੀ ਕੇਂਦਰ ਦੇ ਖਿਲਾਫ ਹੁੰਕਾਰ ਭਰੀ ਤੇ ਉਹਨਾਂ ਨੇ ਕਿਹਾ ਕਿ ਕੇਂਦਰ ਦੀਆਂ ਕੇਵਲ ਜੋ ਨੀਅਤ ਹੈ ਉਹ ਨੀਤੀਆਂ ਦੇ ਵਿੱਚ ਹੀ ਦਿਖਾਈ ਦਿੰਦੀ ਹੈ। ਅਸਲ ਦੇ ਵਿੱਚ ਜੋ ਨੀਤੀਆਂ ਬਣਾਈਆਂ ਗਈਆਂ ਨੇ ਉਹ ਦੋ ਪੂੰਜੀਪਤੀਆਂ ਦੇ ਲਈ ਬਣਾਈਆਂ ਗਈਆਂ ਨੇ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਦੇ ਵੀ ਅੰਬਾਨੀਆਂ ਅਤੇ ਅਡਾਨੀਆਂ ਨੂੰ ਐਂਟਰ ਨਹੀਂ ਹੋਣ ਦਿੱਤਾ ਜਾਵੇਗਾ, ਭਾਵੇਂ ਜਿੰਨੀ ਮਰਜ਼ੀ ਲੜਾਈ ਹੀ ਕਿਉਂ ਨਾ ਲੜਨੀ ਪਵੇ, ਅਤੇ ਉਹ ਹਮੇਸ਼ਾ ਇਸ ਦੇ ਲਈ ਤਿਆਰ ਰਹਿਣਗੇ। मानयोग चीफ मिनिस्टर साहब, मेरे साथी साहबान, बैंस साहब, खैरा साहब, थोड़ा खैर मकदम करना। सरकारों की नीयत में आ जाए फर्क, अगर नजारा चाहे जन्नत का क्यों ना हो, गर्क हो जाएगा। और आज मैं हिंदी में भी बात करूंगा क्योंकि मुझे पता है ये प्लेटफॉर्म क्या है। मैं जानता हूं कि गूंगी बहरी सरकार तक अगर आवाज पहुंचानी हो तो धमाका जरूरी है। ये धमाका ही है। ये मत समझिएगा कि ये 50 लोग बैठे हैं, एक एक आदमी के पीछे 2-2 लाख पंजाबी बोलता है इस मंच से, 2-2 लाख पंजाबी। और अगर कोई एमपी बैठा है
तो 15 लाख लोग उसके पीछे बोलते हैं। तो ये हीरे हैं, ये पंजाब के चुने हुए नुमाइंदे हैं। मैंने बात नीयत की है, नीयत की। नीयत साहब नीति में दिखती है, और नीति सिर्फ 2 पूंजीपतियों के लिए बनाई गई है मोदी सरकार ने। आप अगर यह सोचते हो कि यह कानून सरकार किसानों के हक में बना रही है, तो बहुत बड़ी गलतफहमी है। यह सिर्फ 2 पूंजीपतियों के हक में उन्हें रिमोट कंट्रोल देने के लिए कानून बनाए गए हैं। और मैं आज डंके की चोट पे यह कहता हूं, छाती ठोक के यह कहता हूं कि हम मरते मर जाएंगे, लेकिन अंबानी और अडानी को पंजाब में पैर नहीं धरने देंगे। ये लीडर हैं। 100 भेड़ों के आगे एक शेर लगाओ, भेड़ें शेर हो जाती हैं, और ये शेरों के आगे बब्बर शेर हैं। और इनके आगे मैं बात जो करने वाला हूं वो बड़ी पते की, और यहां वाजिब है। ई नैम तो पहले भी था साहब, पहले भी ऑनलाइन ट्रेडिंग होती थी। आप मंडियों की बात करते हो, आप ये बात करते हो कि फ्री मार्केट होनी चाहिए, तो फिर यह कानून बनाने की क्यों जरूरत है? बाहर से ई नैम होता था, ऑनलाइन ट्रेडिंग होती थी, ये कानून क्यों बनाए गए? ये कानून इसलिए बनाए गए कि पंजाब के किसान के कानूनी अख्तियार, कानूनी अधिकार पूरी तरह से छीन लिए जाएं। मैंने आज तक कोई ऐसा कानून नहीं देखा जो किसान को कोर्ट में जाने से रोकता है। ये वो कानून बनाया है मोदी साहब ने काला, जिससे किसान अगर उसका कोई डिस्प्यूट होता है तो वो कोर्ट में नहीं जा सकता, नंबर 1। नंबर 2, वो एसडीएम के पास जाएगा या वो डीसी के पास जाएगा, जिसका कंट्रोल सेंटर की सरकार के पास होगा। और ये चुने हुए नुमाइंदे, ये रेस जिताने वाले घोड़े, दर्शनी घोड़े बना दिए जाएंगे। इन चुने हुए नुमाइंदों को नकारा कर दिया जाएगा। ये मैंने देशों में सुना था कि 1-2 कंपनियां मोनोपोली बनाती हैं, और वो मोनोपोली बना के, जैसे ईस्ट इंडिया कंपनी राज किया करती थी, वो मोनोपोली बना के राज करती हैं। ये वही हो रहा है। ये रिमोट कंट्रोल ये गोरे अंग्रेजों के हाथ में नहीं, ये काले अंग्रेजों के हाथ में दिया जा रहा है। और ईस्ट इंडिया कंपनी की तरह ये पूरे का पूरा कंट्रोल हमें कठपुतलियां बनाने के लिए अंबानी और अडानी के हाथ में देने की ये साजिश है। उसका प्रमाण है 17 लाख करोड़ रुपए के एनपीए हैं, बैंकों को लुटा दिया। 17 लाख करोड़ रुपए के एनपीए आपने सारे बैंक लुटा दिए, किसी एक पे कार्रवाई हुई? पिछले से पिछले साल 5 लाख करोड़ रुपया आपने टैक्सों का छोड़ा। इन बड़े बड़े कॉरपोरेट्स को वो जब पैसे छोड़ते हो टैक्सों के 5-5 लाख करोड़ रुपए, तो आप कहते हो इंसेंटिव, और गरीब किसान को अगर 4 पैसे देते हो तो उसको कहते हो सब्सिडी। वाह वाह। 17 लाख करोड़ के एनपीए, पूछिए मोदी सरकार से क्या जवाबदेही बनाया है किसी को? 5 लाख करोड़ रुपए के रेवेन्यूज फोरगॉन बजट में आते हैं। ये तिवारी साहब बैठे हैं, एमपी साहिबान बैठे हैं, रेवेन्यूज फोरगॉन। वो रेवेन्यूज फोरगॉन आप छोड़ते हो, वो इंसेंटिव। और किसान की जो बनी बनाई इनकम थी, किसान क्यों डरा हुआ है? किसान इसलिए डरा हुआ है कि उसकी लागत बढ़ रही है, उसके खर्चे बढ़ रहे हैं, पेस्टिसाइड के ऊपर खर्चे बढ़ रहे हैं, पेट्रोल की कीमत बढ़ रही है। लेकिन जो उसकी अश्योर्ड इनकम थी, आज मोदी सरकार वो अश्योर्ड इनकम को छीन रही है। पॉइंट नंबर 2, ये पहला था। पॉइंट नंबर 2, दिस इज एन अटैक ऑन द फेडरल स्ट्रक्चर ऑफ इंडिया। ये हमारे संघीय ढांचे के ऊपर एक अटैक है। इट इम्पिंजेस एंड इम्पीड्स ऑन द स्पिरिट ऑफ द कॉन्स्टिट्यूशन। ये कॉन्स्टिट्यूशन की स्पिरिट पे, हमारी आत्मा पे ये आघात है। हर स्टेट के अलग अलग मसले हैं, हर एक स्टेट के अलग अलग मसले हैं साहब। इसीलिए उन अलग अलग मसलों को सुलझाने के लिए वहां की सरकारों का चयन होता है।
ये कहां का इंसाफ है कि एक चीफ मिनिस्टर और उसके सारे चुने हुए नुमाइंदे, ऑपोजिशन वगैरह सारी इकट्ठी, तुम एक स्टेट के चुने हुए नुमाइंदों की आवाज को दबा रहे हो और उसके 70% किसान उनकी आवाज को दबा रहे हो। इट इज एन अटैक ऑन आवर फेडरल स्ट्रक्चर। फेडरल स्ट्रक्चर पे ये जो अटैक है, इसके बारे में मैं पूरी तरह से पुरजोर विरोध करता हूं। और प्रियम्बल में एक वर्ड आता है फ्रेटर्निटी। फ्रेटर्निटी का क्या मतलब है? फ्रेटर्निटी का मतलब है कि हम आपसी भाईचारे में बंधे हुए हैं, हम पारिवारिक सांझ में बंधे हुए हैं, और वो यूनिटी इन डाइवर्सिटी। हमारी भाषाएं अलग हैं, हमारा कल्चर अलग है, लेकिन फिर भी हम एक हैं। तो जब हम अपने स्टेट की बात बुलंद कर रहे हैं या किसी इंडिविजुअल किसान की बात बुलंद कर रहे हैं, हम किसान के साथ साथ हम संविधान के पक्ष में लड़ाई लड़ रहे हैं। हम आज संविधान के पक्ष में खड़े हैं, अपने फेडरल स्ट्रक्चर के पक्ष में खड़े हैं। एकता तो जेल की भी होती है, लेकिन साहब ये जेल की एकता नहीं है, ये आपसी भाईचारे की, हिंदुस्तान की एकता है। ये यूनिटी इन डाइवर्सिटी है, और वो संजीदगी से लेने वाली बात है। जो लोग, और मैं प्राइम मिनिस्टर साहब को कह रहा हूं, जो लोग वन नेशन वन मार्केट की बात करते हैं, वो पंजाब के चुने हुए नुमाइंदों की और एक चीफ मिनिस्टर की आवाज को दबा रहे हैं और कुचल रहे हैं। यह हम कभी बर्दाश्त नहीं करेंगे। जीएसटी की तरह यह पंजाब की इनकम पे वार है। तुम हमारे ही पैसे लेते हो। जीएसटी में तुमने फाइनेंशियल कंट्रोल ले लिया और सारे पैसे स्टेट के बिहाफ पे तुमने वो इकट्ठे किए, और तुम हमें ही वो पैसे दे नहीं रहे। ये कहां का इंसाफ है भाई? चोरी और सीना चोरी। क्या ये सरकारें ये करेंगी? हमारे पैसे लेके तुम ये कहते हो कि हमसे लोन पे वापस ले लो। धिक्कार है ऐसी सरकार पे। काहे का फेडरल ढांचा, फिर काहे की आपसी भाईचारक सांझ? और तुम इकोनॉमिक ब्लॉकेड लगाते हो। आई एम यूजिंग द वर्ड इकोनॉमिक ब्लॉकेड। तुम हमारी रेलें रोकते हो। हां, तुम सामान नहीं पहुंचने दोगे, तुम थ्रेटन करते हो हमें। एक तो तुम हमारे किसान की, और ये किसानी इज अ वे ऑफ लाइफ इन पंजाब। ये जीवन जीने का एक तरीका है, ये हमारी पगड़ी है। तुम हमारी पगड़ी को हाथ डालोगे तो वो हाथ तोड़ के डालेंगे। तुम्हारी पगड़ी को हाथ डालोगे, वो हमें मंजूर नहीं है। और मैं आज भी ये कहता हूं कि तुमने हमें सवेरे भी रोकने की कोशिश की। किसानी का संघर्ष जो है वो पवित्र संघर्ष है, झंडे में डंडे वाला संघर्ष है, नॉन वायलेंट संघर्ष है। तुम उस संघर्ष को बाहरी ताकतों के साथ जोड़ोगे तो तुम किसान का निरादर कर रहोगे, उसका अपमान करोगे, वो हम सहन नहीं करेंगे। अगली बात मैं कर रहा हूं, पहले आपने जीएसटी छीन लिया हमारी मंडियों से। 5,000 करोड़ रुपया, सीएम साहब बैठे हैं, बाकी लोग बैठे हैं, 5,000 करोड़, पिछले साल 4,000 करोड़, इस साल 5,000 करोड़ बाप दादाओं ने, हमारी पुश्तों ने, 4 पीढ़ियों ने मिलके वो इंफ्रास्ट्रक्चर खड़ा किया है। मैं पूछता हूं नरेंद्र मोदी जी से कि मोदी साहब, जहां आपने ये मंडियां नहीं है, जहां आपने ये पहले लागू किया, मुझे ये बताएं कि वहां का किसान, उसकी क्या हालत है? वो लेबर कर रहा है, वो लेबर कर रहा है। देखिए आप, मैं स्टेटों का नाम नहीं लेना चाहता क्योंकि वो भी सब में हमारी पगड़ी है, हम जानते हैं, लेकिन तुम हमारे किसानों को लेबर करवाओगे, इस पगड़ी को हम पैरों में नहीं लड़ने देंगे। और यह संघर्ष हमारा गहना बनेगा। मन्नू साडी दातरी, असी मन्नू दे सोए, जो जो मन्नू वड़दा, असी धूण सवल्ले होए, असी धूण सवल्ले होए। चूने की छत के ऊपर जितने थप्पड़ मारोगे वो उतनी ही सख्त, उतनी ही तगड़ी होती जाएगी। ईंट को आग में डालोगे, सोने को आग में डालोगे, वो पक जाएगा और भी चमकेगा। मैं अगला पॉइंट जो है वो ये कह रहा हूं कि पहले आपने जीएसटी छीना, फिर आप हमारी मंडियों पे आ गए। 28,000 आड़तिया रजिस्टर्ड, 5 लाख मजदूर जो मंडियों में काम करता है, हमारे बाप दादाओं का बना हुआ इंफ्रास्ट्रक्चर, तुम उसे बर्बाद करने के ऊपर तुले हो। और जहां तुमने ये फ्री मार्केट लगाई है वहां किसान लेबर कर रहा है। उसके बाद मैं अगली बात करता हूं,
क्या यह अकेले पंजाब की बात है? क्या ये अकेले सिर्फ चीफ मिनिस्टर की बात है या इन एमएलओ की बात है? नहीं, ये हर हिंदुस्तानी की बात है, क्योंकि फूड इन्फ्लेशन आएगी, भुखमरी आएगी। मैं कह रहा हूं आज, कैसे कह रहा हूं? क्योंकि आपने इस कानून में अंबानी और अडानी साहब जैसे लोगों को होर्डिंग को लेजिटिमाइज कर दिया। आपने उसमें लिख के दिया कि आप ये अनाज अपने गोदामों में रखिए, 50 गुना और 100 गुना बेचिए, 50 गुना और 100 गुना बेचिए। भुखमरी का कारण क्या है? मैं डंके की चोट पे कहता हूं, कोई डिबेट कर ले मेरे साथ कोई। भुखमरी का कारण यह नहीं है कि अनाज नहीं है, अनाज होता है साहब, अनाज गोदामों में होता है अंबानी और अडानी साहब के, लेकिन वो गरीब की पहुंच के परे हो जाता है, इसलिए इन्फ्लेशन आती है। और इन्फ्लेशन का असर अमीरों पे नहीं होता। हम तो कहते हैं भर दे भैया, अपना टैंक भर दे, कोई चक्कर नहीं, लेकिन जो गरीब 500 रुपए कमाता है, वो 500 रुपए की वैल्यू 200 रह जाती है। जो वो 500 में खरीदता था, वो 2000 में खरीद नहीं पाता। तुम्हारी जीएसटी ने व्यापारी मारा, और आज ये काले कानून किसानों को मार रहे हैं, हमारी पहचान को मिटा रहे हैं। बाबा नानक ने दी थी ये हमें पहचान, मरते हुए मर जाएंगे, इस पहचान को नहीं मिटने देंगे। नाम ही खो देंगे तो किधर जाएंगे, और पहचान खो देंगे सिद्धू तो बिखर जाएंगे, नहीं बिखरने देंगे हम पंजाब को। और आखिरी पॉइंट जो मैं कहना चाहता हूं वो ये है कि आप एहसान फरामोश हो गए हो, आप एहसान फरामोश हो गए हो। मैं डंके की चोट पे कहता हूं। किस तरह से कहता हूं? क्या पंजाब को ग्रीन रेवोल्यूशन की जरूरत थी? नहीं, पंजाब ने पूरे देश का पेट भरा, 2% लोगों ने 67% लोगों का पेट भरा। फिर तुमने गरीब को अन्न कैसे दिया? सस्ती एमएसपी पंजाब, हरियाणा, वेस्टर्न यूपी से उठा के आपने 80 करोड़ लोगों का पेट भरा, और उसी को पीडीएस द्वारा उन्हें सप्लाई किया। पेट्रोल 6 रुपए का था 92 में, 78 का हो गया, और किसान की एमएसपी 3 गुना बढ़ी, वो 12 गुना, 17 गुना, और ये 3 गुना। कॉर्पोरेटों में जो काम करते हैं 1,000 गुना उनकी तनख्वाह बढ़ गई, और 1982 से लेके किसान की एमएसपी सिर्फ 15 गुना। ये कहां का इंसाफ है? ये किस तरह हम बयां करें? चाहे मंडी एमएसपी मॉडल हो या दूसरा, पहले केंद्र ने हमें इस्तेमाल किया और फिर यूज एंड थ्रो वाली पॉलिसी करके इन्होंने हमें फेंक दिया। ये 3 पॉइंट मेरे इस केंद्र की सरकार को कहीं भी किसी को भी भेज दें और बहस कर लें, खुलेआम जहां बुलाएंगे मैं आऊंगा। यदि हार गया, राजनीति सदा के लिए छोड़ दूंगा, सदा के लिए। मैं डंके की चोट पे कहता हूं। उन्हें यह फिक्र है, आखिर में ये मैं शेयर करके फिर सीएम साहब के हवाले स्टेज करता हूं। उन्हें यह फिक्र है हरदम, नई तर्जे जफा क्या है? तर्जे जफा होती है जुल्म। उन्हें यह फिक्र है हरदम, नई तर्जे जफा क्या है? हमें भी शौक है, देखें सितम की इंतहा क्या है। हमें भी शौक है, देखें सितम की इंतहा क्या है। गुनाहगारों में शामिल हैं वो लोग जिन्होंने ग्रीन रेवोल्यूशन, व्हाइट रेवोल्यूशन अशरिन की। गुनाहगारों में शामिल हैं, गुनाहों से नहीं वाकिफ। अरे सितम करते हैं वो, खुदा जाने खता क्या है। बात खत्म। पंजाब ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ। ਖਬਰ ਦੀ ਨਿਰਪੱਖ ਆਵਾਜ਼ ਵਿਜ਼ਿਟ ਕਰੋ www.nirpakhpost.com।